कहोतां दी किताब 15 चैप्टर ओदी एक आयत तो पढ़ांगे। नीति वचन 15 अध्याय ओदी एक आयत तो पढ़िएगा। नरम जवाब गुस्से नूं ठंडा कर दिंदा हाँ है। बस ਇਹਦੇ ਤੇ ਅੱਜ ਆਪਾਂ ਗੌਰ ਕਰਨੀ ਆ। ਨਰਮ ਜਵਾਬ गुस्से नूं ठंडा कर दिंदा। ਨਰਮ ਜਵਾਬ गुस्से नूं ठंडा कर दिंदा। ਗੁੱਸੇ ਨੂੰ ਠੰਡਾ ਕਰ ਦਿੰਦਾ। और नीति वचन 15 ਦੀ ਇੱਕ ਤੇ ਅੱਜ ਆਪਾਂ ਗੌਰ ਕਰਨੀ ਆ। ਇਹ ਛੋਟਾ ਜਿਹਾ ਮੈਸੇਜ ਹੋਊਗਾ ਪਰ ਇਹਦੇ ਤੇ ਆਪਾਂ ਗੌਰ ਕਰ ਲੈਣੀ। ਜਦੋਂ ਇਸ ਵਚਨ ਤੇ ਆਪਾਂ ਗੌਰ ਕਰਨੀ, ਇਸ ਵਚਨ ਨੇ ਤੁਹਾਨੂੰ ਅਮਲ ਕਰਨ ਵਾਲਿਆਂ ਨੂੰ ਬਰਕਤ ਦੇਣੀ ਹੈ। ਬੋਲੋ ਹਾਲੇਲੂਇਆ। हालेलुया। ਫੇਰ ਪੜ੍ਹੀਏ ਇਸ ਲਾਈਨ ਨੂੰ ਦੁਬਾਰਾ। नरम जवाब गुस्से नूं ठंडा कर दिंदा है। ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, पर कठोर बोल क्रोध नूं भड़काउंदा है। ਕਠੋਰ ਬੋਲ ਕ੍ਰੋਧ ਨੂੰ भड़काउंदा है। ਇਹਦੇ ਵਿੱਚ ਦੋ ਗੱਲਾਂ ਆ, ਇੱਕ ਨਰਮ ਜਵਾਬ, ਇੱਕ ਕਠੋਰ ਜਵਾਬ। ਔਰ ਇੱਕ ਇਨਸਾਨ ਇੱਕ ਨੂੰ ਗੁੱਸਾ ਚੜਿਆ ਤੁਹਾਡੇ ਤੇ, ਇੱਕ ਬਹੁਤ ਗੁੱਸੇ ਵਿੱਚ ਆ ਔਰ ਦੂਸਰਾ ਇਨਸਾਨ ਉਹਦਾ ਸਾਹਮਣਾ ਕਰਦਾ ਪਿਆ। ਪਰ ਜਿਹੜਾ ਮਸੀਹੀ ਆ ਉਹਨੂੰ ਪਰਮੇਸ਼ਰ ਦਾ ਵਚਨ ਇਹ ਗੱਲ ਦੱਸਦਾ ਕਿ ਜੇ ਤੂੰ ਉਹਦਾ ਉੱਤਰ ਨਰਮ ਦਵੇਂਗਾ ਤੇ ਉਹਦਾ ਗੁੱਸਾ ਕੀ ਹੋ ਜਾਊਗਾ? ठंडा हो जाएगा। ਤੇ ਜੇ ਤੂੰ ਉਹਦਾ ਜਵਾਬ ਕਠੋਰਤਾ ਹੀ ਨਾ ਦਿੱਤਾ, ਤੂੰ ਵੀ ਗੁੱਸੇ ਵਿੱਚ ਬੋਲਿਆ ਤੇ ਕੀ ਹੋਊਗਾ? गुस्सा बढ़ जाएगा। ਫਿਰ ਉਹਦਾ ਗੁੱਸਾ बढ़ जाएगा। ਤੇ ਜਦੋਂ ਗੁੱਸਾ ਭੜਕ ਗਿਆ, ਹੌਲੀ ਹੌਲੀ ਉਹ ਜਿਹੜੀਆਂ ਗੱਲਾਂ ਆ ਉਹ ਝਗੜੇ ਵਿੱਚ ਤਬਦੀਲ ਹੋ ਜਾਣੀ। ਇਨਸਾਨ ਜਿਹਨੇ ਤੋਬਾ ਕੀਤੀ, ਪਾਣੀ ਦਾ ਬਪਤਿਸਮਾ ਲਿਆ ਔਰ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕੀਤਾ, ਇਹਦੇ ਬੋਲ, ਇਹਦਾ ਉੱਤਰ, ਇਹਦਾ ਬੋਲਣਾ ਇਹ ਚੇਂਜ ਹੋਣਾ ਚਾਹੀਦਾ ਔਰ ਇਹਦੇ ਅੰਦਰ ਕੋਮਲਤਾ ਹੋਣੀ ਚਾਹੀਦੀ, ਪੇਸ਼ੈਂਸ ਹੋਣੀ ਚਾਹੀਦੀ। ਕਿਉਂਕਿ ਜਿਹੜੀ ਪੇਸ਼ੈਂਸ ਆ ਉਹ ਪਵਿੱਤਰ ਆਤਮਾ ਦਾ ਫਲ ਆ। ਪਵਿੱਤਰ ਆਤਮਾ ਪਾਇਆ ਹੋਇਆ ਇਨਸਾਨ, ਭਾਈ ਹੋਵੇ ਭੈਣ ਹੋਵੇ, ਜਿਹਨੇ ਪਾਕ ਨੂੰ ਪਾਇਆ, ਉਹ ਇਸ ਗੱਲ ਦੇ ਉੱਤੇ ਗੌਰ ਕਰੇਗਾ ਕਿ ਜਿਹੜਾ ਬੰਦਾ ਮੇਰੇ ਨਾਲ ਗੁੱਸੇ 'ਚ ਬੋਲਦਾ ਪਿਆ, ਇਹਦੇ ਨਾਲ ਮੈਂ ਕਿੱਦਾਂ ਬੋਲਣਾ ਹੈ ਜੀ? ਪੜੋ ਫਿਰ ਦੁਬਾਰਾ ਇਸਨੂੰ। नरम जवाब हाँ प्यार ਨਾਲ ਨਹੀਂ ਲਿਖਿਆ, ਕਿੱਦਾਂ ਬੋਲਣਾ? नरम जवाब ਨਰਮ ਜਵਾਬ गुस्से नूं ठंडा कर दिंदा। ਗੁੱਸੇ ਨੂੰ ठंडा कर दिंदा। ਇਹਦਾ ਮਤਲਬ ਇਹ ਵੀ ਆ ਕਿ ਸਾਡੇ ਤੇ ਕੋਈ ਗੁੱਸੇ ਹੋ ਕੇ ਚੜ੍ਹਾਈ ਕਰ ਸਕਦਾ ਹੈ। ਵਿਸ਼ਵਾਸੀ ਭੈਣ ਭਰਾ ਦੇ ਉੱਤੇ ਗੁੱਸੇ ਦੇ ਨਾਲ ਕੋਈ ਚੜ੍ਹਾਈ ਕਰ ਸਕਦਾ ਹੈ, ਕੋਈ ਗੁੱਸੇ 'ਚ ਬੋਲ ਸਕਦਾ ਹੈ, ਕੋਈ ਗੁੱਸੇ ਦੇ ਨਾਲ ਉਹਦੇ ਨਾਲ ਗੱਲ ਕਰ ਸਕਦਾ ਹੈ। ਪਰ ਮਸੀਹੀ ਭੈਣ ਜਾਂ ਮਸੀਹੀ ਭਾਈ ਅੱਗੋਂ ਕਿੱਦਾਂ ਬੋਲੂਗਾ? ਨਰਮ ਜਵਾਬ ਦੇ ਨਾਲ ਬੋਲੂਗਾ। ਉਹ ਗੁੱਸੇ ਨਾਲ ਕਹੂਗਾ, ਅਪਸ਼ਬਦ ਬੋਲੂਗਾ, ਪਰ ਮਸੀਹੀ ਉਹਨੂੰ ਕਹੂਗਾ ਕੋਈ ਗੱਲ ਨਹੀਂ ਮੇਰੀ ਭੈਣ, ਕੋਈ ਗੱਲ ਨਹੀਂ ਮੇਰੇ ਭਾਈ, ਤੈਨੂੰ ਗੁੱਸਾ ਆਇਆ ਪਰ ਇਹ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਇਸ ਗਲਤੀ ਨੂੰ ਮੰਨਦਾ ਤੇ ਮੰਨ ਕੇ ਕੀ ਕਰ ਦੇਣਾ ਹੈ ਤੇ ਉਹਦਾ ਗੁੱਸਾ ਕੀ ਹੋ ਜਾਊਗਾ? ਕੀ ਹੈ? पर कठोर बोल क्रोध नूं भड़काउंदा है। ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ। ਜਦੋਂ ਕ੍ਰੋਧ ਭੜਕਿਆ ਉਦੋਂ ਝਗੜਾ ਉਤਪੰਨ ਹੋਵੇਗਾ। ਜਦੋਂ ਝਗੜਾ ਉਤਪੰਨ ਹੋਵੇਗਾ ਉੱਥੇ ਪਾਪ ਹੋਵੇਗਾ। ਪਾਪ ਸ਼ੈਤਾਨ ਸਾਡੇ ਕੋਲ ਹਰ ਵਕਤ ਕਰਾਉਣਾ ਚਾਹੁੰਦਾ, ਕਿਉਂਕਿ ਲਿਖਿਆ ਉਹ ਸਿੰਘ ਦੀ ਨਾਈ ਪਾੜ ਖਾਣ ਵਾਸਤੇ ਖੜਾ ਹੈ ਕਿ ਕਿਹਨੂੰ ਮੈਂ ਪਾਪ ਵਿੱਚ ਗਿਰਾ ਦੇਵਾਂ, ਕਿਹਨੂੰ ਮੈਂ ਗੁਨਾਹ ਵਿੱਚ ਲੈ ਜਾਵਾਂ, ਕਿਹਦੇ ਕੋਲੋਂ ਮੈਂ ਝਗੜਾ ਕਰਵਾ ਦੇਵਾਂ, ਕਿਹਦੇ ਕੋਲੋਂ ਮੈਂ ਕਠੋਰ ਬੋਲ ਇਹਨਾਂ ਦੇ ਮੂੰਹ ਵਿੱਚੋਂ ਕਢਾ ਦੇਵਾਂ, ਅਪ ਸ਼ਬਦ ਇਹਨਾਂ ਦੇ ਮੂੰਹ ਵਿੱਚੋਂ ਨਿਕਲਣ। ਕਿਉਂਕਿ ਜਿਹੜੇ ਮੂੰਹ ਦੇ ਨਾਲ ਇਹ ਧੰਨਵਾਦ ਪਰਮੇਸ਼ਰ ਦਾ ਕਰਦੇ ਆ, ਜਿਹੜੇ ਮੂੰਹ ਦੇ ਨਾਲ ਹਾਲੇਲੂਇਆ ਹਾਲੇਲੂਇਆ ਕਰਦੇ ਆ, ਜਿਹੜੇ ਮੂੰਹ ਦੇ ਨਾਲ ਅਨਿਯਨ ਭਾਸ਼ਾ ਬੋਲਦੇ ਆ, ਉਸੇ ਜ਼ਬਾਨ ਨੂੰ ਸ਼ੈਤਾਨ ਹਰ ਵਕਤ ਦੂਸ਼ਿਤ ਕਰਨ ਵਾਸਤੇ ਖੜਾ ਰਹਿੰਦਾ ਹੈ। ਉਹ ਇਸ ਜ਼ਬਾਨ ਦੇ ਉੱਤੇ ਕਠੋਰ ਬੋਲ ਲੈ ਕੇ ਆਉਂਦਾ ਹੈ, ਗਾਲੀ ਗਲੋਚ ਵਾਲੇ ਸ਼ਬਦ ਲੈ ਕੇ ਆਉਂਦਾ ਹੈ, ਈਰਖਾ ਬਦੀਆਂ ਵਾਲੇ ਸ਼ਬਦ ਲੈ ਕੇ ਆਉਂਦਾ ਹੈ, ਗੁੱਸੇ ਨੂੰ ਭੜਕਾਉਂਦਾ ਹੈ। ਉਹ ਕਹੂਗਾ ਤੂੰ ਚੁੱਪ ਨਾ ਰਹਿ, ਤੂੰ ਤੇਰਾ ਜਵਾਬ ਦੇ,
ਤੂੰ ਦੇ ਸਕਦਾ ਹੈ, ਤੂੰ ਤਗੜਾ ਹੈ ਉਹਦੇ ਨਾਲ, ਤੂੰ ਤਾਂ ਕੋਈ ਗਲਤੀ ਨਹੀਂ ਕੀਤੀ। ਇੱਕ ਮਨ ਦੇ ਅੰਦਰ ਇੱਕ ਆਕੜ ਪੈਦਾ ਕਰ ਦਿੰਦਾ ਦੁਸ਼ਟ, ਤੂੰ ਕੋਈ ਗਲਤੀ ਨਹੀਂ, ਤੂੰ ਨਾ ਮਾਫੀ ਮੰਗ, ਤੂੰ ਨਾ ਇਹ ਗੱਲ ਛੱਡੀ ਕਿਉਂਕਿ ਤੂੰ ਗਲਤੀ ਨਹੀਂ ਕੀਤੀ। ਅੱਛਾ ਤੁਸੀਂ ਗਲਤੀ ਨਹੀਂ ਕੀਤੀ ਤੇ ਆਪਣੀ ਆਕੜ ਵਿੱਚ ਆ। ਤੁਸੀਂ ਮੈਨੂੰ ਦੱਸੋ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਮੰਨਦੇ ਆ, ਪ੍ਰਭੂ ਯਿਸੂ ਮਸੀਹ ਨੇ ਕਿਹੜੀ ਗਲਤੀ ਕੀਤੀ ਸੀ? ਕੋਈ ਵੀ ਨਹੀਂ। ਪਰ ਫਿਰ ਵੀ ਉਹਨੂੰ ਮਾਰ ਖਾਣੀ ਪਈ, ਮੂੰਹ ਤੇ ਥਪਾਉਣਾ। ਪਰ ਐਂਡ ਵਿੱਚ ਪ੍ਰਭੂ ਨੇ ਇੱਕ ਗੱਲ ਕਹੀ, हे ਪਿਤਾ, हे ਪਿਤਾ ਇਹਨਾਂ ਨੂੰ ਮਾਫ ਕਰ ਕਿਉਂਕਿ ਇਹ ਨਹੀਂ ਜਾਣਦੇ ਇਹ ਕੀ ਕਰਦੇ। ਕਿਉਂਕਿ ਉਹਨੂੰ ਪਤਾ ਸੀ ਮੇਰੇ ਅੰਦਰੋਂ ਕੋਮਲਤਾ ਖਤਮ ਨਹੀਂ ਹੋਣੀ, ਕਿਉਂਕਿ ਕੋਮਲ ਜਵਾਬ ਹਰ ਗੁੱਸੇ ਨੂੰ ਠੰਡਾ ਕਰ ਦਿੰਦਾ। ਅੱਜ ਕਲੀਸਿਆਵਾਂ ਦੇ ਅੰਦਰ ਕੋਮਲਤਾ ਖਤਮ ਹੋ ਗਈ ਆ, ਕੋਮਲ ਉੱਤਰ ਆਉਣੇ ਖਤਮ ਹੋ ਚੁੱਕੇ ਆ। ਝਗੜਾ ਉਦੋਂ ਉਤਪੰਨ ਹੁੰਦਾ ਜਦੋਂ ਕ੍ਰੋਧ ਭੜਕਦਾ ਹੈ, ਤੇ ਕ੍ਰੋਧ ਨੂੰ ਠੰਡਾ ਕੌਣ ਕਰੂਗਾ? ਇੱਕ ਵਿਸ਼ਵਾਸੀ, ਇੱਕ ਪ੍ਰਭੂ ਵਿੱਚ ਚੱਲਣ ਵਾਲੀ ਭੈਣ, ਪ੍ਰਭੂ ਵਿੱਚ ਚੱਲਣ ਵਾਲਾ ਭਾਈ ਕ੍ਰੋਧ ਨੂੰ ਕੀ ਕਰ ਸਕਦਾ ਹੈ? ਠੰਡਾ ਕਰ ਸਕਦਾ। ਤੇ ਭੜਕਾਊਗਾ ਕੌਣ? ਜਿਹੜਾ ਦੁਸ਼ਟ ਦੀ ਮੱਤ ਉੱਤੇ ਚੱਲਦਾ ਹੈ। ਜਿਹੜਾ ਦੁਸ਼ਟ ਦੀ ਮੱਤ ਉੱਤੇ ਚੱਲਦਾ ਉਹ ਕ੍ਰੋਧ ਨੂੰ ਭੜਕਾਊਗਾ, ਪਰ ਜਿਹੜਾ ਖੁਦਾ ਪ੍ਰਸਤ ਆ ਉਹ ਕ੍ਰੋਧ ਨੂੰ ਪੀ ਜਾਊਗਾ। ਅੱਜ ਇੱਕ ਐਗਜ਼ਾਮਪਲ ਦੇਖਾਂਗੇ, ਇਸ ਵਚਨ ਦੇ ਨਾਲ ਆਸ਼ੀਸ਼ ਮਿਲਦੀ। ਪਹਿਲਾ ਸੈਮੂਅਲ, ਮੈਂ ਨਾ ਕੱਢੀਏ, ਪਹਿਲਾ ਸੈਮੂਅਲ 25 ਅਧਿਆਏ ਉਹਦੀ 2 ਐਤ ਤੋਂ ਪੜ੍ਹੀਏ। ਪਹਿਲਾ ਸੈਮੂਅਲ 25 ਦੀ 2 ਤੋਂ ਪੜ੍ਹੀਏ। ਉੱਥੇ ਮਾਓਨ ਵਿੱਚ ਇੱਕ ਮਨੁੱਖ ਸੀ ਜਿਹਦਾ ਕਾਰੋਬਾਰ ਕਰਮਲ ਵਿੱਚ ਸੀ। ਉਹ ਬਹੁਤ ਵੱਡਾ ਮਨੁੱਖ ਸੀ ਅਤੇ 3000 ਭੇਡ ਅਤੇ 1000 ਬੱਕਰੀ ਉਹਦੇ ਕੋਲ ਸੀ। ਅਤੇ ਉਹ ਕਰਮਲ ਵਿੱਚ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਸੀ। ਉਸ ਮਨੁੱਖ ਦਾ ਨਾਮ ਨਾਬਾਲ ਅਤੇ ਉਸ ਦੀ ਤੀਮੀ ਦਾ ਨਾਮ ਅਬੀਗੈਲ ਸੀ। ਇੱਥੇ ਇੱਕ ਕਪਲ ਹੈ, ਇੱਕ ਜੋੜਾ ਹੈ। ਆਦਮੀ ਦਾ ਨਾਮ ਨਾਬਾਲ ਹੈ, ਤੀਮੀ ਦਾ ਨਾਮ ਕੀ ਹੈ? ਅਬੀਗੈਲ। ਅਬੀਗੈਲ। ਹਾਂ, ਇਹ ਤੀਮੀ ਵੱਡੀ, ਸਿਆਣੀ ਅਤੇ ਰੂਪਵੰਤ ਸੀ, ਪਰ ਉਹ ਮਨੁੱਖ ਵੱਡਾ, ਬੋਲ ਵਿਗਾੜ ਅਤੇ ਖੋਟਾ ਸੀ। ਹਾਂ, ਬੰਦਾ ਕਿਦਾਂ ਦਾ ਹੈ? ਬੋਲ ਵਿਗਾੜ, ਮੂੰਹ ਛੱਟ, ਗੁੱਸੇ 'ਚ ਰਹਿਣ ਵਾਲਾ, ਗੁੱਸੇ ਨਾਲ ਬੋਲਣ ਵਾਲਾ, ਪਤਾ ਹੀ ਨਹੀਂ ਕਿਸੇ ਨੂੰ ਕਿਹੜਾ ਜਵਾਬ ਦੇ ਦੇਣਾ। ਪਰ ਤੀਮੀ ਕਿਦਾਂ ਦੀ ਹੈ? ਸਿਆਣੀ ਅਤੇ ਰੂਪਵੰਤ। ਸੋਹਣੀ ਵੀ ਆ ਤੇ ਨਾਲ ਕੀ ਆ? ਸਿਆਣੀ ਹੈ। ਅੱਜ ਲੋਕੀ ਸੋਹਣ ਪੁਣੇ ਤੇ ਘਮੰਡ ਕਰੀ ਜਾਂਦੇ ਆ ਤੇ ਸਿਆਣਪ ਵੱਲ ਧਿਆਨ ਹੀ ਹੈ ਨਹੀਂ। ਇਹ ਭੈਣ ਕਿੱਦਾਂ ਆ? ਸੋਹਣੀ ਵੀ ਆ ਤੇ ਸਿਆਣੀ ਵੀ। ਸਿਆਣੀ ਹੋਣਾ ਬਹੁਤ ਜ਼ਰੂਰੀ ਆ। ਸੁਹੱਪੜ ਭਾਵੇਂ ਹੋਵੇ ਤੇ ਭਾਵੇਂ ਨਾ ਹੋਵੇ, ਸਿਆਣਪ ਹੋਣੀ ਬਹੁਤ ਜ਼ਰੂਰੀ। ਤੇ ਪਤੀ ਇਹਦਾ ਝਗੜਾਲੂ ਆ, ਗੁੱਸੇਖੋਰ ਆ ਔਰ ਕਠੋਰ ਜਵਾਬ ਦੇਣ ਵਾਲਾ ਆ। ਅਬੀਗੈਲ ਔਰ ਅੱਛੇ ਰਿਚ ਫੈਮਿਲੀ ਨਾਲ ਇਹ ਸੰਬੰਧ ਰੱਖਦੇ ਆ, ਸਭ ਕੁਝ ਇਹਨਾਂ ਦੇ ਕੋਲ ਹੈ। ਪੜ੍ਹੀਏ। ਅਤੇ ਉਹ ਕਬੀਲ ਦੀ ਸੰਤਾਨ ਵਿੱਚੋਂ ਸੀ। ਦਾਊਦ ਨੇ ਉਜਾੜ ਵਿੱਚ ਸੁਣਿਆ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ। ਸੋ ਦਾਊਦ ਨੇ 10 ਜਵਾਨ ਘੱਲੇ ਅਤੇ ਦਾਊਦ ਨੇ ਉਹਨਾਂ ਜਵਾਨਾਂ ਨੂੰ ਆਖਿਆ, ਅਸੀਂ ਨਾਬਾਲ ਕੋਲ ਕਰਮਲ ਨੂੰ ਤੁਰ ਜਾਓ ਅਤੇ ਮੇਰਾ ਨਾਮ ਲੈ ਕੇ ਉਸ ਦੀ ਸੁੱਖ ਸਾਂਦ ਪੁੱਛੋ ਅਤੇ ਉਸ ਭਾਗਵਾਨ ਮਨੁੱਖ ਨੂੰ ਇਹ ਆਖੋ, ਤੇਰੀ ਸਲਾਮਤੀ, ਤੇਰੇ ਘਰ ਦੀ ਸਲਾਮਤੀ ਅਤੇ ਉਹਨਾਂ ਸਭਨਾਂ ਦੀ ਜੋ ਤੇਰੇ ਨਾਲ ਹਨ ਸਲਾਮਤੀ ਹੋਵੇ। ਮੈਂ ਹੁਣ ਸੁਣਿਆ ਹੈ ਜੋ ਤੇਰੇ ਕੋਲ ਉੱਨ ਕਤਰਨ ਵਾਲੇ ਹਨ ਅਤੇ ਜਾਂ ਤੇਰੇ ਆਜੜੀ ਸਾਡੇ ਨਾਲ ਸਨ, ਅਸਾਂ ਉਹਨਾਂ ਨੂੰ ਕੁਝ ਔਖ ਨਹੀਂ ਦਿੱਤਾ ਅਤੇ ਜਿੰਨਾ ਚਿਰ ਉਹ ਕਰਮਲ ਵਿੱਚ ਸਨ ਉਹਨਾਂ ਦਾ ਕੁਝ ਨਹੀਂ ਗੁਆਚਿਆ। ਤੂੰ ਆਪਣੇ ਜਵਾਨਾਂ ਕੋਲੋਂ ਪੁੱਛ, ਉਹ ਜ਼ਰੂਰ ਤੈਨੂੰ ਦੱਸਣਗੇ। ਸੋ ਸਾਡੇ ਇਹ ਜਵਾਨ ਤੁਹਾਡੀ ਨਿਗਾਹ ਵਿੱਚ ਦਇਆਯੋਗ ਹੋਣ, ਕਿਉਂ ਜੋ ਅਸੀਂ ਭਲੇ ਦਿਨ ਆਏ ਹਾਂ। ਜੋ ਕੁਝ ਤੇਰੇ ਹੱਥ ਆਵੇ ਆਪਣੇ ਟਹਿਰਾਂ ਨੂੰ ਅਤੇ ਆਪਣੇ ਪੁੱਤਰ ਦਾਊਦ ਨੂੰ ਬਖਸ਼ ਦੇ। ਸੋ ਦਾਊਦ ਦੇ ਜਵਾਨਾਂ ਨੇ ਦਾਊਦ ਦਾ ਨਾਮ ਲੈ ਕੇ ਉਹਨਾਂ ਸਾਰੀਆਂ ਗੱਲਾਂ ਦੇ ਅਨੁਸਾਰ ਨਾਬਾਲ ਨੂੰ ਆੜ ਕੇ ਆਖਿਆ। ਇੱਕ ਟਾਈਮ ਤੇ ਦਾਊਦ ਨੇ ਨਾਬਾਲ ਦੇ ਨੌਕਰਾਂ ਚਾਕਰਾਂ ਦੀ ਹੈਲਪ ਕੀਤੀ ਸੀ ਔਰ ਉਹਨੇ ਉਹਨਾਂ ਦਾ ਧਿਆਨ ਰੱਖਿਆ ਸੀ ਜਦੋਂ ਇਹਦੇ ਬੰਦੇ ਉੱਥੇ ਸੀ।
ਔਰ ਜਦੋਂ ਦਾਊਦ ਨੂੰ ਜ਼ਰੂਰਤ ਪਈ ਤੇ ਦਾਊਦ ਨੂੰ ਇੱਕ ਗੱਲ ਪਤਾ ਚੱਲੀ ਕਿ ਇੱਥੇ ਨਾਬਾਲ ਆਪਣੇ ਉੱਨ ਕਤਰਨ ਦੇ ਕੰਮ ਵਿੱਚ ਵਿਅਸਤ ਆ ਔਰ ਇਹਦੇ ਕੋਲ ਸਭ ਕੁਝ ਹੈਗਾ ਔਰ ਉਹਨੇ ਆਪਣੇ ਟਹਿਲੂਏ ਉਹਦੇ ਕੋਲ ਨਾਬਾਲ ਕੋਲ ਭੇਜੇ ਔਰ ਉਹਨੇ ਕਿਹਾ ਮੇਰਾ ਨਾਮ ਲੈ ਕੇ ਕਹੀਓ ਕਿ ਦਾਊਦ ਨੇ ਸਾਨੂੰ ਭੇਜਿਆ ਆ ਤੇ ਸਾਨੂੰ ਕੁਝ ਚੀਜ਼ਾਂ ਦੀ ਜ਼ਰੂਰਤ ਆ, ਸਾਨੂੰ ਕੁਝ ਖਾਣ ਵਾਸਤੇ ਵਸਤੂਆਂ ਦੀ ਲੋੜ ਆ, ਸਾਨੂੰ ਕੁਝ ਸਮਾਨ ਦੀ ਲੋੜ ਆ। ਔਰ ਦਾਊਦ ਦਾ ਨਾਮ ਲੈ ਕੇ ਨਾਬਾਲ ਨੂੰ ਜਦੋਂ ਦੱਸਿਆ ਗਿਆ ਉਹਦੇ ਨੌਕਰਾਂ ਨੇ ਇੱਕ ਗੱਲ ਆਖੀ। ਦੇਖੀਏ ਨਾਬਾਲ ਨੇ ਕੀ ਆਖਿਆ। ਤਾਂ ਚੁੱਪ ਕਰ ਰਹੇ। ਸੋ ਨਾਬਾਲ ਨੇ ਦਾਊਦ ਦੇ ਟਹਿਲੂਆਂ ਨੂੰ ਉੱਤਰ ਦੇ ਕੇ ਆਖਿਆ, ਭਲਾ ਦਾਊਦ ਹੈ ਕੌਣ ਅਤੇ ਯੱਸੀ ਦਾ ਪੁੱਤਰ ਕੌਣ? ਅੱਜ ਕੱਲ ਬਥੇਰੇ ਨੌਕਰ ਅਜਿਹੇ ਹਨ ਜੋ ਆਪਣੇ ਮਾਲਕਾਂ ਨੂੰ ਛੱਡ ਕੇ ਨੱਠ ਜਾਂਦੇ ਹਨ। ਉਹ ਕਿਉਂ ਕਹਿੰਦਾ ਦਾਊਦ ਕੌਣ ਹੈ? ਮੈਂ ਨਹੀਂ ਜਾਣਦਾ ਕਿਸੇ ਦਾਊਦ ਨੂੰ। ਦਾਊਦ ਕੌਣ ਆ? ਇਦਾਂ ਦੇ ਬਥੇਰੇ ਹਨ, ਮੈਂ ਕਿਸੇ ਦਾਊਦ ਨੂੰ ਨਹੀਂ ਜਾਣਦਾ। ਹਾਂ, ਭਲਾ ਮੈਂ ਆਪਣੀ ਰੋਟੀ ਅਤੇ ਪਾਣੀ ਅਰ ਮਾਸ ਜੋ ਮੈਂ ਆਪਣੇ ਕਤਰਨ ਵਾਲਿਆਂ ਲਈ ਵੱਢਿਆ ਹੈ ਉਹਨਾਂ ਲੋਕਾਂ ਨੂੰ ਲਿਆ ਦੇਣਾ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਜੋ ਕਿੱਥੋਂ ਦੇ ਹਨ। ਉਹ ਕਹਿੰਦਾ ਮੈਂ ਰੋਟੀ ਪਾਣੀ ਨਹੀਂ ਦੇਣੀ, ਮੈਂ ਨਹੀਂ ਜਾਣਦਾ ਕਿਸੇ ਨੂੰ। ਇਹਦੀ ਹੈਲਪ ਕੀਤੀ ਦਾਊਦ ਨੇ, ਪਰ ਅੱਜ ਦਾਊਦ ਦੀ ਹੈਲਪ ਨੂੰ ਇਹ ਅਬੀਗੇਲ ਨਾਬਾਲ ਇੱਕ ਜੋੜੇ ਦੇ ਕੋਲ ਆਇਆ ਔਰ ਜਿਹੜਾ ਨਾਬਾਲ ਆ ਇਹ ਉਹਦੀ ਕੀਤੀ ਹੋਈ ਭਲਾਈ ਨੂੰ ਭੁੱਲ ਚੁੱਕਾ ਹੈ। ਹਾਂ, ਦਾਊਦ ਦੇ ਜਵਾਨ ਹਟ ਕੇ ਤੁਰ ਪਏ ਅਤੇ ਮੁੜ ਆਏ ਅਤੇ ਉਹਨਾਂ ਸਭਨਾਂ ਗੱਲਾਂ ਦੇ ਅਨੁਸਾਰ ਉਹਨੂੰ ਸੁਨੇਹਾ ਆ ਦਿੱਤਾ। ਤਾਂ ਦਾਊਦ ਨੇ ਆਪਣੇ ਲੋਕਾਂ ਨੂੰ ਆਖਿਆ, ਸਭੋ ਆਪੋ ਆਪਣੀਆਂ ਤਲਵਾਰਾਂ ਬੰਨੋ। ਸੋ ਸਭਨਾਂ ਨੇ ਆਪੋ ਆਪਣੀ ਤਲਵਾਰ ਬੰਨ ਲਈ ਅਤੇ ਦਾਊਦ ਨੇ ਵੀ ਆਪਣੀ ਤਲਵਾਰ ਬੰਨੀ ਅਤੇ 400 ਜਵਾਨ ਦਾਊਦ ਦੇ ਨਾਲ ਤੁਰ ਪਏ ਅਤੇ 200 ਨਿੱਕ ਸੁੱਕ ਕੋਲ ਠਹਿਰੇ। ਪਰ ਉਹਨਾਂ ਜਵਾਨਾਂ ਵਿੱਚੋਂ ਇੱਕ ਨੇ ਨਾਬਾਲ ਦੀ ਧੀ ਅਬੀਗੈਲ ਦਾਊਦ ਨੂੰ ਗੁੱਸਾ ਚੜ ਗਿਆ। ਦਾਊਦ ਨੂੰ ਨਾਬਾਲ ਤੇ ਗੁੱਸਾ ਚੜਿਆ ਕਿ ਇਹਦਾ ਦਾ ਬੰਦਾ ਹੈ। ਉਹ ਕਹਿੰਦਾ ਤਲਵਾਰਾਂ ਚੱਕੋ ਤੇ ਜਾਓ ਇਹਦਾ ਜਾ ਕੇ ਇਹਦਾ ਨੁਕਸਾਨ ਕਰ ਦਿਓ, ਇਹਨੂੰ ਮਾਰ ਦਿਓ। ਔਰ ਉਹਨਾਂ ਵਿੱਚੋਂ ਇੱਕ ਨੂੰ ਪਤਾ ਚੱਲਿਆ ਔਰ ਉਹ ਉਹਦੀ ਤੀਵੀਂ ਬਾਰੇ ਜਾਣਦਾ ਸੀ ਕਿ ਜਿਹੜੀ ਅਬੀਗੇਲ ਆ ਉਹ ਇੱਕ ਅੱਛੀ ਔਰਤ ਆ। ਜਿਹੜੀ ਅਬੀਗੇਲ ਆ ਅੱਛੀ ਔਰਤ ਆ ਔਰ ਅੱਛੀ ਔਰਤ ਨੂੰ ਦੱਸੂਗਾ ਤੇ ਕੋਈ ਸਮਾਧਾਨ ਨਿਕਲ ਜਾਊਗਾ, ਕੋਈ ਹੱਲ ਨਿਕਲੂਗਾ। ਔਰ ਉਹਦੇ ਵਿੱਚੋਂ ਅਬੀਗੇਲ ਦੇ ਕੋਲ ਉਹ ਦੌੜਾ ਆਇਆ। ਉਹਨੇ ਆਣ ਕੇ ਮੈਸੇਜ ਦਿੱਤਾ ਕਿ ਤੇਰੇ ਪਤੀ ਨੇ ਦਾਊਦ ਨੂੰ ਅਪਸ਼ਬਦ ਬੋਲੇ ਔਰ ਉਹਨੇ ਉਹਦੇ ਨੌਕਰਾਂ ਨੂੰ ਭੇਜ ਦਿੱਤਾ ਵਾਪਸ। ਹੁਣ ਦਾਊਦ ਜਿਹੜਾ ਆ ਉਹ ਗੁੱਸੇ ਵਿੱਚ ਆ। ਇਸ ਕਰਕੇ ਗੁੱਸੇ ਵਿੱਚ ਆ ਕਿਉਂਕਿ ਉਹਨੇ ਭਲਾਈ ਕੀਤੀ, ਤੇਰੇ ਪਤੀ ਨੇ ਉਹਦੀ ਭਲਾਈ ਨੂੰ ਯਾਦ ਨਹੀਂ ਕੀਤਾ ਬਲਕਿ ਉਹਨੂੰ ਜਵਾਬ ਦੇ ਦਿੱਤਾ। ਆ ਦੇਖੀਏ ਅਬੀਗੇਲ ਨੇ ਕੀ ਕੀਤਾ। ਵੇਖੋ ਦਾਊਦ ਨੇ ਉਜਾੜ ਵਿੱਚੋਂ ਸਾਡੇ ਮਾਲਕ ਕੋਲ ਸੁੱਖ ਸਾਂਦ ਪੁੱਛਣ ਲਈ ਹਲਕਾਰੇ ਕੱਲੇ, ਪਰ ਉਸਨੇ ਉਹਨਾਂ ਨੂੰ ਝਿੜਕਿਆ। ਪਰ ਉਹਨਾਂ ਲੋਕਾਂ ਨੇ ਸਾਡੇ ਨਾਲ ਵੱਡੀ ਭਲਾਈ ਕੀਤੀ ਅਤੇ ਸਾਨੂੰ ਕੁਝ ਔਖ ਨਹੀਂ ਹੋਇਆ। ਹਾਂ, ਕਹਿੰਦਾ ਉਹਨਾਂ ਨੇ ਸਾਡੇ ਨਾਲ ਬਹੁਤ ਭਲਾਈ ਕੀਤੀ ਸੀ ਪਰ ਸਾਨੂੰ ਉਦੋਂ ਕੋਈ ਔਖ ਨਹੀਂ ਹੋਈ ਜਦੋਂ ਅਸੀਂ ਉੱਥੇ ਸੀ। ਪਰ ਤੇਰੇ ਪਤੀ ਨੇ ਕੀ ਕੀਤਾ ਹੈ? ਉਹਦੇ ਉਲਟ ਕੀਤਾ ਹੈ। ਹੁਣ ਇਹਦੀ 18 ਤੋਂ ਪੜ੍ਹ ਦਈਏ। ਤਦ ਅਬੀਗੈਲ ਕਾਹਲੀ ਨਾਲ ਉੱਠੀ ਅਤੇ 200 ਰੋਟੀਆਂ ਅਤੇ 2 ਮਸ਼ਕਾਂ ਮੈਦਾ ਦੀਆਂ ਅਤੇ 5 ਭੇਡਾਂ ਰੰਨੀਆਂ ਹੋਈਆਂ ਅਤੇ 5 ਟੋਪੇ ਭੁੰਨੇ ਹੋਏ ਦਾਣੇ ਅਤੇ 100 ਗੁੱਛਾ ਸ਼ੋਗੀ ਦਾ ਅਤੇ 200 ਪਿੰਨੀਆਂ ਹੰਜੀਰਾਂ। ਇਹਨੂੰ ਪਤਾ ਚੱਲਿਆ ਕਿ ਉਹਦੇ ਹਲਕਾਰੇ ਆਏ ਸੀ ਔਰ ਇਹਨੇ ਆਪਣੇ ਨਾਲ ਕੁਝ ਉਹਨਾਂ ਦੇ ਖਾਣ ਵਾਸਤੇ ਲਈਆਂ ਚੀਜ਼ਾਂ ਔਰ ਛੇਤੀ ਨਾਲ ਉਹਨਾਂ ਦੇ ਵੱਲ ਨੂੰ ਉੱਠ ਤੁਰੀ। ਹੁਣ ਪੜ੍ਹ ਦਿੱਤਾ ਹੀ ਹੈ ਤੋਂ ਜਾਂ ਅਬੀਗੈਲ ਨੇ ਦਾਊਦ ਨੂੰ ਡਿੱਠਾ ਤਾਂ ਸ਼ੀਦੀ ਕੀਤੀ ਅਤੇ ਖੋਤੇ ਉਤੋਂ ਹੇਠਾਂ ਲੈ ਕੇ ਦਾਊਦ ਦੇ ਅੱਗੇ ਮੂੰਹ ਭਰਨੇ ਡਿੱਗ ਪਈ। ਆ ਦੇਖੋ ਦਾਊਦ ਨੂੰ ਕੀ ਚੜਿਆ ਹੋਇਆ ਹੈ? ਗੁੱਸਾ। ਦਾਊਦ ਨੂੰ ਕੀ ਚੜਿਆ? ਗੁੱਸਾ। ਹੁਣ ਇਸ ਔਰਤ ਨੂੰ ਇੱਕ ਸਮਝਦਾਰ ਔਰਤ ਆ ਔਰ ਇਹਨੇ ਕੀ ਕੀਤਾ, ਇਹਨੇ ਫੁਰਤੀ ਨਾ ਗਈ ਔਰ ਜੋ ਕੁਝ ਉਹਨੇ ਨੇ ਮੰਗਵਾਇਆ ਸੀ ਉਹ ਤੋਂ ਵੱਧ ਕੇ ਲੈ ਗਈ। ਔਰ ਉਹਦੇ ਜਦੋਂ ਇਹਨੇ ਦਾਊਦ ਨੂੰ ਦੇਖਿਆ, ਦਾਊਦ ਨੂੰ ਦੇਖ ਕੇ ਅਤੇ ਧਰਤੀ ਤੇ ਮੱਥਾ ਟੇਕਿਆ ਅਤੇ ਉਹ ਦੇ ਪੈਰਾਂ ਉੱਤੇ ਡਿੱਗ ਕੇ ਧਰਤੀ ਤੱਕ ਕੀ ਟੇਕਿਆ? ਮੱਥਾ ਟੇਕਿਆ ਤੇ ਉਹਦੇ ਪੈਰਾਂ ਅੱਗੇ ਡਿੱਗ ਕੇ ਕੀ ਬੋਲੀ? ਡਿੱਗ ਕੇ ਬੋਲਣ ਲੱਗੀ, ਮੇਰੇ ਉੱਤੇ ਹੈ ਮੇਰੇ ਮਹਾਰਾਜ, ਇਹ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਟਹਿਲਣ ਨੂੰ ਆਪਣੇ ਕੰਨ ਵਿੱਚ ਇੱਕ ਗੱਲ ਆਖਣ ਦੀ ਪ੍ਰਵਾਨਗੀ ਦਿਓ ਅਤੇ ਆਪਣੀ ਟਹਿਲਣ ਦੀ ਬੇਨਤੀ ਸੁਣ ਲਓ। ਮੈਂ ਤੁਹਾਡੇ ਤਰਲੇ ਕਰਦੀ ਹਾਂ ਜੋ ਮੇਰਾ ਮਹਾਰਾਜ ਇਸ ਬੁਰੇ ਮਨੁੱਖ
ਵੱਲ ਅਰਥਾਤ ਉਹ ਨਾਬਾਲ ਵੱਲ ਧਿਆਨ ਨਾ ਕਰੇ। ਮੇਰਾ ਪਤੀ ਕਿਦਾਂ ਦਾ ਹੈ? ਬੁਰਾ ਮਨੁੱਖ ਹੈ। ਤੇ ਸਾਨੂੰ ਕੀ ਕਰਦੇ? ਸਾਨੂੰ ਕੀ ਕਰਦੇ? ਤੇ ਧਰਤੀ ਤੱਕ ਝੁਕ ਕੇ ਉਹਨੂੰ ਨਮਸਕਾਰ ਕੀਤਾ ਤੇ ਉਹਦੇ ਅੱਗੇ ਮਾਫੀ ਮੰਗੀ ਆ। ਕਹਿੰਦੀ ਮੇਰਾ ਪਤੀ ਜਿਹੜਾ ਆ ਉਹ ਚੰਗਾ ਨਹੀਂ, ਉਹ ਗੁੱਸੇ ਖੋਰ ਆ, ਉਹ ਦੁਸ਼ਟ ਇਨਸਾਨ ਆ। ਔਰ ਅੱਛੀ ਔਰਤ अच्छा सुभाव रखदी, इनू पता है कि दाऊद नू की चढ़िया होया है, गुस्सा चढ़िया। हुण गुस्सा ठंडा किदां होना है? जे ये भी नबाल वर्गी हुंदी ते एक अग्गेओ कहंदी आउण दे, असीं किहड़ा किसे नालों घट है, दाऊद नू आउण दे, असीं अग्गेओ इंतजाम कर देवांगे। इनू पता सी वो रब दा सेवक आ, पर हुण अगर ओहदा गुस्सा ठंडा हो सकदा है ते मेरे कोमल उत्तर दे नाल ही ठंडा हो सकदा। बोलो हालेलुया। मेरे सहनशीलता दे जवाब नाल गुस्सा ठंडा हो सकदा, मैनू क्षमा मंगिया गुस्सा ठंडा हो सकदा। अगर चाहुंदे आ कि झगड़ा उत्पन्न ना होवे, अगर चाहुंदे आ कि पाप ना होवे, अगर चाहुंदे आ कि कलेश ना होवे, तां प्रियो मैनू गुस्से वाले जवाब दे सामने, गुस्से वाले बंदे दे सामने किहड़ा जवाब देना? नरम जवाब। कोई गल नहीं, तुहानू गुस्सा आ गया, डोंट वरी, मैं पाक रूप पाया होया आ, मैं प्रभु यीशु मसीह नू ग्रहण कीता होया आ, मैं परमेश्वर नू जीवन दिता होया आ, मैं अपने आप दा इनकार कर चुका आ। मैनू इस गल दी कोई परवाह नहीं कि अगर मैनू किसे दे सामने नीवा भी होना पवे, मैनू किसे कोलों क्षमा भी मंगनी पवे, मैनू इस गल दी परवाह नहीं आ, क्योंकि मैं पानी दा बपतिस्मा लैके अपना जीवन परमेश्वर नू समर्पण कर चुका आ। मैं ये नहीं कहना कि गुस्सा नहीं आऊगा, बाइबल में लिखा गुस्सा करो पर, गुस्सा करो पर, गुस्सा आ गया पर उस गुस्से को ठंडा कितना करना है? कितना ठंडा होगा? सारे बोल के दसो। गुस्सा कितना ठंडा हो रहा है दाऊद दा? ते नरम जवाब केदे चों आउंदा है? सियाणे बंदे चों, जिहने जीवन अपना प्रभु नू नबाल भी ਉਹਦੇ ਨਾਲ ਰਹਿੰਦਾ ਆ ਪਰ ਉਹ ਗੁੱਸੇ ਖੋਰ ਆ। ਅਬੀਗੇਲ ਵੀ ਉਹਦੇ ਨਾਲ ਰਹਿੰਦੀ ਆ ਪਰ ਉਹ ਨਰਮ ਸੁਭਾਅ ਦੀ, ਨਰਮ ਸੁਭਾਅ ਦੀ। ਅੱਗੇ ਪੜ੍ਹੀਏ। इस बुरे मनुष्य वाल अर्थात उसे नाबाल वाल ध्यान ना करे। इस बुरे मनुष्य वाल और नाबाल वाल ध्यान ना कर मेरे स्वामी। हाँ, क्यों जो जिहा ओदा नाम है तिहा ही ओ है। जिद्दां दा कहंदी ओदा नाम है ना, वो भी की है? ओदा दा ही है। तो देख लो कलेश नहीं कीता इन्हें छेती ना दाऊद को गई पहला ओदा गुस्सा ठंडा कीता है। इन्हें जवाब तलबी अपने पति नाल नहीं कीती। ओनू गुस्सा आया, मैसेज आ गया कि वो तलवारां खिंची फिरदे और इको ही हल है अगर गुस्सा ठंडा करना, नरम जवाब, नरम जवाब, नरम जवाब, नरम जवाब। दसो जिथे गुस्सा ठंडा हो जाऊ ते क्रोध भड़कू? जिथे क्रोध नहीं भड़कू झगड़ा हो? जिथे झगड़ा नहीं हो उथे पाप हो? जिथे पाप नहीं हो उथे खुदा हो। बोलो हालेलुया। जिथे पाप नहीं उथे परमेश्वर वास करदे आ। आज साडे घरां विचों, आज साडे समाज विचों परमेश्वर दी हजूरी खत्म होंदी जांदी। ओदा कारण ये आ परमेश्वर नूं जानण वाले लोग भी अपनी आकड़ नूं छड्डदे नहीं, अपनी भाषा नूं बदलदे नहीं। आगे पढ़िए। ओदा नाम नाबाल है अते मूर्खता ही ओदे नाल है। हां, अते मैं जो तुहाडी टहलण हां सो मेरे महाराज दे जवानां नूं जिन्हां नूं तुसां घल्लिया सी डिठा नहीं सी सो हुण है। जी मैं नहीं देखिया उन्हां नूं, ਜਿਹੜੇ सेवक आए सी उन्हां नूं मैं नहीं देखिया सी। क्षमा करियो, ਉਹਨੇ ਜ਼ਰੂਰ ਇਦਾਂ ਨਾ ਤੁਹਾਡੇ ਨਾਲ ਦੁਸ਼ਟਤਾ ਕੀਤੀ ਕਿਉਂਕਿ ਉਹਦਾ ਨਾਮ ਵੀ ਇਦਾਂ ਦਾ ਤੇ ਕੰਮ ਵੀ ਇਦਾਂ ਦੇ। ਪਰ ਮੈਂ ਉਹਨਾਂ ਟੈਲੂਆਂ ਨੂੰ ਦੇਖਿਆ ਨਹੀਂ, ਤਾਂ ਹੀ ਇਹ ਕਹਾਣੀ ਹੋਈ। ਜੇ ਮੈਂ ਦੇਖਦੀ, ਮੈਂ ਉੱਥੇ ਹੁੰਦੀ ਤਾਂ ਕਦੀ ਵੀ ਇਹ ਗੱਲ ਉਤਪੰਨ ਨਹੀਂ ਹੋ ਸਕਦੀ।
कितनी अच्छी विश्वासी, कितनी अच्छी भैन आ, वो ये गल कहती कि जे मैं उत्थे हुंदी तां ये उलझन पैदा तैनू गुस्सा चढ़ना ही नहीं सी। जे मैं उत्थे हुंदी ते क्यों ना सानू भी इदां दे बनना चाहिदा। जे असीं इत्थे हुंदे ते कदी झगड़ा होना ही, कदी गुस्सा चढ़ना ही नहीं। ते हुण ते कई इदां कहंदे ओनू ना लाया जे ओनू ले आंदा ते बनदी गल भी बनदी भी, क्योंकि मनना ही नहीं, किसी गल नूं मनना ही नहीं। इधरली कौन तां उल्ट लगदी, इधरली कौन तां उल्ट लगदी, क्योंकि वो अबीगेल नहीं है। वो कौन है? नबाल है। वो अबीगेल नहीं, वो कौन है? नबाल है। जो नबाल बनना कभी गेल बनना है जी, जे नबाल बन गए तो कहती दुष्ट आए। इको एक घर च रहने वाली एक दुष्ट है ते एक नरम सुभाव वाली भैन। अगे पढ़िए। सो हुण है मेरे महाराज जिउंदे परमेश्वर दी सौ अते तेरी जिंद जान दी सौ, क्यों जो यहोवा ने ਤੁਹਾਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਨਾਲ ਬਦਲੇ ਲੈਣੋਂ ਹਟਾਇਆ, ਸੋ ਤੁਹਾਡੇ ਵੈਰੀ ਅਤੇ ਉਹ ਜੋ ਮੇਰੇ ਮਹਾਰਾਜ ਦੀ ਬੁਰੀਆਈ ਲੋਚਦੇ ਹਨ ਨਾਬਾਲ ਵਰਗੇ ਹੋਣ। ਹੁਣ ਇਹ ਭੇਟ ਜੋ ਤੁਹਾਡੀ ਟਹਿਲਣ ਮੇਰੇ ਮਹਾਰਾਜ ਦੇ ਸਾਹਮਣੇ ਲਿਆਈ ਹੈ, ਸੋ ਉਹਨਾਂ ਜਵਾਨਾਂ ਨੂੰ ਜੋ ਮੇਰੇ ਮਹਾਰਾਜ ਦੇ ਮਗਰ ਲੱਗਦੇ ਹਨ ਦਿੱਤੀ ਜਾਵੇ। ਕਹਿੰਦੀ ਜੋ ਕੁਛ ਮੈਂ ਲੈ ਕੇ ਆਈ ਆ ਉਹਨਾਂ ਸੇਵਕਾਂ ਨੂੰ ਦਿੱਤੀ ਜਾਵੇ। ਹੁਣ 32 ਅੱਧ ਪੜੋ। दाऊद ने अबीगैल ਨੂੰ ਆਖਿਆ, ਮੁਬਾਰਕ ਹੈ ਯਹੋਵਾ ਇਸਰਾਇਲ ਦਾ ਪਰਮੇਸ਼ਰ ਜਿਸ ਨੇ ਤੈਨੂੰ ਅੱਜ ਮੇਰੇ ਮਿਲਣ ਨੂੰ ਘੱਲਿਆ ਹੈ। बोलो हालेलुया। इस औरत करके केदी मिठाई हो रही है कि क्या दाऊद ने फिर पढ़ो उस लाइन ਨੂੰ। दाऊद ने अबीगैल ਨੂੰ ਆਖਿਆ, दाऊद ने अबीगैल है, मुबारक है यहोवा परमेश्वर जिसने तेनू आज मेरे मिलन ਲਈ ਘੱਲਿਆ है, जिसने तेनू मिलन वास्ते मेरे लिए घल्लिया। बोलो हालेलुया। ਜਿਹੜੇ ਇਦਾਂ ਦਾ ਸੁਭਾਅ ਰੱਖਦੇ ਆ ਉਹਨਾਂ ਦੀ ਜ਼ਿੰਦਗੀ ਦਾ ਕਰਕੇ ਉਹਨਾਂ ਦੇ ਪਰਮੇਸ਼ਵਰ ਦੀ ਵੀ ਕੀ ਹੁੰਦੀ ਹੈ? ਵਡਿਆਈ ਹੁੰਦੀ ਹੈ। ਉਹ ਕਹਿੰਦੇ ਇੰਨੀ ਨਰਮ ਭੈਣ, ਇਹਨਾਂ ਨਰਮ ਭਾਈ, ਸਭ ਕੁਝ ਹੋਣ ਦੇ ਬਾਵਜੂਦ ਵੀ ਇਹਨੇ ਆਪਣੀ ਮੂੰਹ ਤੋਂ ਬੁਰਾ ਸ਼ਬਦ ਨਹੀਂ ਬੋਲਿਆ। ਇਹਨੇ ਉਹਦੇ ਚੜੇ ਹੋਏ ਗੁੱਸੇ ਨੂੰ ਵੀ ਕੀ ਕਰ ਦਿੱਤਾ ਹੈ? ਠੰਡਾ ਕਰ। ਚੜਿਆ ਹੋਇਆ ਗੁੱਸਾ ਉਹਨੇ ਕਿਹਾ ਕੋਈ ਗੱਲ ਨਹੀਂ ਬਾਊ ਜੀ, ਤੁਹਾਨੂੰ ਗੁੱਸਾ ਆਇਆ, ਤੁਸੀਂ ਬਾਹਰੋਂ ਥੱਕੇ ਆਏ ਆ, ਤੁਸੀਂ ਬੈਠੋ, ਠੰਡਾ ਪਾਣੀ ਪੀਓ, ਠੰਡਾ ਪਾਣੀ ਪੀਓ, ਕੋਈ ਗੱਲ ਨਹੀਂ, ਮੇਰੇ ਕੋਲ ਗਲਤੀ ਹੋ ਗਈ, ਮੈਂ ਇਸ ਗਲਤੀ ਦੀ ਕੀ ਮੰਗਦੀ ਹਾਂ? ਤੇ ਉਹਨੇ ਵੀ ਕੀ ਹੋ ਜਾਣਾ ਹੈ? ਅਬੀਗੈਲ ਜਿਹੜੀ ਆ ਅੱਗ ਬੁਝਾਉਣ ਵਾਲੀ ਆ, ਪਤੀ ਦੇ ਸੁਭਾਅ ਨੂੰ ਜਾਣਦੀ ਆ, ਉਹਦੇ ਬਿਹੇਵ ਨੂੰ ਜਾਣਦੀ ਆ, ਮੇਰਾ ਹਸਬੈਂਡ ਕਿੱਦਾਂ ਦੀ ਮੈਂਟੈਲਿਟੀ ਰੱਖਦਾ ਆ, ਉਹਦਾ ਸੁਭਾਅ ਕਿੱਦਾਂ ਦਾ ਆ। ਪਰ ਡੋਂਟ ਵਰੀ, ਮੈਨੂੰ ਖੁਦਾ ਨੇ ਉਹ ਕਹਿੰਦੀ ਸਿਖਾਇਆ ਆ ਕਿਸੇ ਗੁੱਸੇ ਨੂੰ ਠੰਡਾ ਕਰਨਾ ਤੇ ਕਿੱਦਾਂ ਕਰਨਾ। ਕਹਿੰਦੀ ਦਾਊਦ ਮਹਾਰਾਜ क्षमा कर। जब क्षमा मंगी कि आज दाऊद कह रहा मुबारक होवे, मुबारक होवे, मुबारक होवे इस्राएल दा परमेश्वर, हाँ, जिसने तेनू आज मेरे मिलन ਨੂੰ ਘੱਲਿਆ है, जिसने तेनू आज मेरे मिलन ਲਈ ਘੱਲਿਆ है, ਅਤੇ ਮੁਬਾਰਕ ਤੇਰੀ ਮੱਤ ਅਤੇ ਮੁਬਾਰਕ ਹੈ ਤੂੰ। ਆ ਦੇਖੋ ਤਾਂ ਸੁਣੀ ਜਾਓ, ਮੁਬਾਰਕ ਤੇਰੀ ਮੱਤ ਕਿਹਨੂੰ ਕਹਿੰਦੇ ਆ? ਅਕਲ ਬੁੱਧੀ। ਮੁਬਾਰਕ ਤੇਰੀ ਅਕਲ ਬੁੱਧੀ, ਹਾਂ, ਅਤੇ ਮੁਬਾਰਕ ਤੂੰ ਹੈ, ਤੇ ਮੁਬਾਰਕ ਕਾਹਦੇ ਨਾਲ ਮੁਬਾਰਕ ਬਣ ਗਈ? ਸੋਹਣੇ ਕੱਪੜੇ ਪਾਉਣ, ਵਧੀਆ ਮੇਕਅਪ ਕਰਨਾ, ਵਧੀਆ ਸੋਨਾ ਪਾਉਣਾ, ਵਧੀਆ ਗੱਡੀ ਵਿੱਚ ਉਤਰਨਾ, ਵਧੀਆ ਕੋਠੀ ਦੇ ਨਾਲ ਨਾ। ਮੁਬਾਰਕ ਕਾਹਦੇ ਨਾਲ ਹੋ ਰਹੀ ਆ? ਕਾਹਦੇ ਨਾਲ? ਨਰਮ ਜਵਾਬ ਦੇਣ ਵਾਲੀ ਔਰਤ ਆ। ਕਿਹੜਾ ਜਵਾਬ ਦੇਣ ਵਾਲੀ ਆ? ਨਰਮ ਜਵਾਬ ਦੇਣ ਵਾਲੀ ਔਰਤ ਆ। ਸਖਤ ਪਤੀ ਦੇ ਨਾਲ ਵੀ ਜੀਵਨ ਕੱਟ ਰਹੀ ਹੈ, ਗੁੱਸੇ ਵਾਲੇ ਪਤੀ ਦੇ ਨਾਲ ਵੀ ਜੀਵਨ ਕੱਟ ਰਹੀ ਹੈ, ਝਗੜਾ ਕਰਨ ਵਾਲੇ ਨਾਲ ਵੀ ਜੀਵਨ ਕੱਟ ਰਹੀ ਹੈ, ਕਿਉਂਕਿ ਉਹਨੂੰ ਪਤਾ ਇਹ ਝਗੜਾ ਕਰਨ ਵਾਲਾ ਆ ਤੇ ਮੈਂ ਝਗੜਾ ਮਿਟਾਉਣ ਵਾਲੀ ਆ। ਬੋਲੋ ਹਾਲੇਲੂਇਆ। ਇਹਨੇ ਗੁੱਸਾ ਕਰਨਾ ਆ ਤੇ ਮੈਂ ਇਧਰੋਂ, ਇਹਨੇ ਗੁੱਸੇ ਨਾਲ ਬੋਲਣਾ ਤੇ ਮੈਂ ਇਧਰੋਂ,
ਤੇ ਆਪੇ ਹੀ ਗੁੱਸਾ ਠੰਡਾ ਹੋ ਜਾਣਾ। ਅੱਗੇ ਪੜ੍ਹੀਏ। ਕਿਉਂ ਜੋ ਅੱਜ ਦੇ ਦਿਨ ਤੂੰ ਮੈਨੂੰ ਲਹੂ ਵਗਾਉਣੋਂ ਅਤੇ ਆਪਣੇ ਹੱਥ ਤੇ ਬਦਲਾ ਲੈਣ ਤੋਂ ਹਟਾਇਆ ਹੈ। ਇਹਨੇ ਪਰਮੇਸ਼ਰ ਦੇ ਦਾਸ ਨੂੰ ਵੀ ਬਚਾ ਲਿਆ। ਕਹਿੰਦਾ ਤੂੰ ਮੈਨੂੰ ਲਹੂ ਵਹਾਉਣ ਤੋਂ ਬਚਾ ਲਿਆ। ਇੰਨੀ ਅੱਛੀ ਔਰਤ, ਅੱਜ ਕੌਣ ਇਹਦਾ ਦਾ ਸੁਭਾਅ ਰੱਖੇਗਾ? ਅੱਜ ਕੌਣ ਕਹੇਗਾ ਕਿ ਮੈਂ परमेश्वर के नाल चलने वाला है? लूका दी इंजील 9 अध्याय की 23 आयत पढ़िए। लूका रचित सुसमाचार चैप्टर 9 वर्स 23। उसने सबना नु आख्या जो कोई मेरे पीछे आना चाहे ना अपने आप नु इनकार करे। सब तो पहला परमेश्वर ने क्या, जे कोई मेरे पीछे आना चाहे ता सब तो पहला की करे? अपने आप का की करे? इनकार करे। मैं नहीं, मेरे अंदर मैं नहीं, मेरे अंदर परमेश्वर वास करता। पहला ते सब तो पहला साडा पॉइंट बनदा अपने आप का की करना है। झगड़ा उदों हुंदा, गुस्सा उदों आउंदा और भड़कदा गुस्सा उदों आ जदों असीं अपने आप नूं कुछ समझदे आ, ਜਦੋਂ ਆਪਣੀ ਤਾਕਤ ਤੇ ਕਮਾਂਡ ਕਰਦੇ ਆ, ਆਪਣੀ ਗੱਲ ਤੇ ਕਮਾਂਡ ਕਰਦੇ ਆ, ਆਪਣੀ क्षमा ਮੰਗਣ ਵਾਲੇ ਪਾਸੇ ਜਾਂਦੇ ਨਹੀਂ। ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਪਹਿਲਾਂ ਆਪਣੇ ਆਪ ਦਾ ਇਨਕਾਰ ਕਰੇ। ਹਾਂ, ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਤਾਂ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ। ਸਲੀਬ ਚੁੱਕਣ ਦੇ ਮਤਲਬ ਨੂੰ ਸਮਝਦੇ ਹੋ? ਸਲੀਬ ਚੁੱਕਣ ਦਾ ਮਤਲਬ ਦੁੱਖਾਂ ਨੂੰ ਉਠਾਉਣਾ, ਦੁੱਖਾਂ ਦੇ ਵਿੱਚੋਂ ਦੀ ਲੰਘਣਾ। ਇਹ ਬਾਈਬਲ 'ਚ ਲਿਖਿਆ, ਜੇ ਕੋਈ ਮੇਰੇ ਪਿੱਛੇ ਆਵੇ ਤਾਂ ਹਰ ਰੋਜ਼ ਕੀ ਕਰੇ? ਆਪਣਾ ਕਰੂਸ ਉਠਾ ਕੇ ਮੇਰੇ ਪਿੱਛੇ ਚੱਲੇ। ਸਭ ਤੋਂ ਪਹਿਲਾਂ ਅਸੀਂ ਆਪਣੇ ਆਪ ਦਾ ਕੀ ਕਰਨਾ ਹੈ? ਜਿਹੜਾ ਇਨਕਾਰ ਕਰੂਗਾ ਕੋਮਲ ਉੱਤਰ ਵੀ ਉਹਦੇ ਮੂੰਹ ਚੋਂ ਹੀ ਨਹੀਂ। ਜਿਹੜਾ ਆਪਣੇ ਆਪ ਦਾ ਇਨਕਾਰ ਨਹੀਂ ਕਰਦਾ ਉਹਦੇ ਮਨ ਵਿੱਚੋਂ ਕਦੀ ਵੀ ਕੋਮਲ ਭਰਿਆ, ਕੋਮਲਤਾ ਵਾਲਾ ਉੱਤਰ ਨਹੀਂ ਆਉਂਦਾ। ਮਤੀ ਦੀ ਇੰਜੀਲ 18 ਅਧਿਆਏ ਉਹਦੀ 21 ਆਇਤ ਤੋਂ ਪੜ੍ਹੀਏ। ਇਸ ਲਈ ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਹਨੇ ਆਪਣੇ ਨੌਕਰਾਂ ਤੋਂ ਹਿਸਾਬ ਲੈਣਾ ਚਾਹਿਆ ਅਤੇ ਜਾਂ ਉਹ ਹਿਸਾਬ ਲੈਣ ਲੱਗਾ ਤਾਂ 10,000 ਤੋੜੇ ਦੇ ਇੱਕ ਕਰਜ਼ਾਈ ਨੂੰ ਉਸਨੇ ਦੇ ਕੋਲ ਲਿਆਏ। ਪਰ ਜਦ ਉਸਨੇ ਕੋਲ ਦੇਣ ਨੂੰ ਕੁਝ ਨਾ ਸੀ ਤਦ ਉਹਦੇ ਮਾਲਕ ਨੇ ਹੁਕਮ ਦਿੱਤਾ ਜੋ ਉਹ ਅਤੇ ਉਹਦੇ ਤੀਵੀਂ ਅਤੇ ਉਹਦੇ ਬਾਲ ਬੱਚੇ ਅਤੇ ਸਭ ਕੁਝ ਜੋ ਉਹਦਾ ਹੈ ਵੇਚਿਆ ਜਾਵੇ। ਇਹ ਬੰਦਾ ਕਿੰਨੇ ਦਾ ਕਰਜ਼ਦਾਰ ਹੈ? ਕਿੰਨੇ ਦਾ ਕਰਜ਼ਦਾਰ ਹੈ? 10,000 ਰੁਪਇਆ ਦੇਣਾ ਇਹਨੇ। ਔਰ ਇਹਦਾ ਮਾਲਕ ਕਹਿੰਦਾ ਵੀ ਬਹੁਤ ਟਾਈਮ ਹੋ ਗਿਆ, ਹੁਣ ਤੂੰ ਮੇਰਾ ਕਰਜ਼ਾ ਦੇ ਦੇ ਵਾਪਸ। ਉਹ ਕਹਿੰਦਾ ਜੀ ਮੇਰੇ ਕੋਲ ਪੈਸੇ ਹੈ ਨਹੀਂ, मैं नहीं दे सकता। और ਉਹਦਾ ਗੁੱਸਾ ਭੜਕਿਆ ਇਹਦੇ ਤੇ ਔਰ ਉਹਨੇ ਕਿਹਾ ਇਹਦੇ ਮਾਲ ਬੱਚੇ ਇਹਦੇ ਕੋਲ ਜੋ ਕੁਝ ਵੀ ਹੈ ਕੀ ਕਰ ਲਓ, ਵੇਚ ਦਿਓ ਤੇ ਵੇਚ ਕੇ ਜੋ ਕੁਝ ਵੀ ਪੈਸਾ ਹੁੰਦਾ ਉਹ ਲਿਆ ਕੇ ਮੈਨੂੰ ਦੇ ਦਿਓ, ਕਿਉਂਕਿ ਮੈਂ ਕਰਜ਼ਾ ਲੈਣਾ। ਇਹਦੇ ਘਰੋਂ ਚੀਜ਼ਾਂ ਚੱਕ ਲਓ, ਇਹਦੇ ਬੱਚੇ ਵੀ ਚੱਕ ਲਓ, ਸਭ ਕੁਝ ਚੱਕ ਲਓ ਇਹਦੇ ਘਰੋਂ। ਹਾਂ, ਵੇਚਿਆ ਜਾਵੇ ਅਤੇ ਕਰਜ਼ ਭਰ ਲਿਆ ਜਾਵੇ। ਤਦ ਉਸ ਨੌਕਰ ਨੇ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਕਿਹਾ, ਸੁਆਮੀ ਜੀ ਮੇਰੇ ਉੱਤੇ ਧੀਰਜ ਕਰੋ ਤਾਂ ਮੈਂ ਤੁਹਾਡਾ ਸਾਰਾ ਕਰਜ਼ ਭਰ ਦਿਆਂਗਾ। ਉਹਨੂੰ ਕੀ ਚੜਿਆ ਹੈ? ਮਾਲਕ ਨੂੰ ਗੁੱਸਾ। ਤੇ ਇਹ ਕੀ ਕਰਦਾ ਪਿਆ? ਹਾਂਜੀ, ਇਹ ਕੀ ਪੈ ਗਿਆ? ਪੈਰੀ ਪੈ ਗਿਆ। ਇਹ क्षमा ਮੰਗਣ ਲੱਗ ਪਿਆ, ਕਿਉਂਕਿ ਜਿਹਨੇ ਤਾਂ ਬਰਕਤ ਲੈਣੀ ਆ ਉਹ ਕੀ ਹੋਊਗਾ? ਨੀਵਾ। ਜਿਹਨੇ ਬਰਕਤ ਨਹੀਂ ਲੈਣੀ ਉਹ ਕਿੱਦਾਂ ਹੋਊਗਾ? ਉੱਚਾ ਆਕੜ ਦਿਖਾਊਗਾ। ਮੈਂ ਕੀ ਤੇਰੇ ਕੋਲ ਲੈਣਾ, ਮੈਂ ਦੀ ਗੱਲ ਮੰਨਣੀ ਨਹੀਂ, ਕਿਉਂਕਿ ਮੈਂ ਕਿਸੇ ਨਾਲੋਂ ਘੱਟ ਨਹੀਂ, ਮੇਰੀ ਕੋਈ ਗਲਤੀ ਨਹੀਂ। ਪਰ ਇਹਨੂੰ ਪਤਾ ਮੈਂ ਇਹਦਾ ਕਰਜ਼ਦਾਰ ਹਾਂ, ਮੇਰਾ ਕਰਜ਼ਾ ਅਗਰ ਮਾਫ ਹੋ ਸਕਦਾ ਉਹਦਾ ਕਾਰਨ ਇੱਕੋ ਹੀ ਇੱਕ ਆ, ਉਹਦਾ ਤਰੀਕਾ ਇੱਕੋ ਹੀ ਇੱਕ ਆ ਕਿ ਮੈਂ ਆਪਣੇ ਇਸ ਮਾਲਕ ਕੋਲੋਂ ਕੀ ਮੰਗੂਗਾ? ਮਾਫੀ ਮੰਗੂਗਾ। ਹਾਂ ਪੜ੍ਹੀਏ। ਤਦ ਉਸ ਨੌਕਰ ਦੇ ਮਾਲਕ ਨੇ ਤਰਸ ਖਾ ਕੇ ਉਹਨੂੰ ਛੱਡ ਦਿੱਤਾ। ਬਹੁਤ ਆ। ਕਿੱਦਾਂ ਕੀਤਾ ਇਹਨੇ? ਤਰਸ ਖਾ ਕੇ। ਤਰਸ ਕਿੱਦਾਂ ਆਇਆ? ਤਰਸ ਕਿੱਦਾਂ ਆਇਆ? ਅੱਜ ਸਾਰੇ ਉਹਦਾ ਤਰਸ ਲਾਉਂਦੇ,
परमेश्वर का। सारे कहते प्रभु मेरे ते तरस कर, मेरे ते दया कर, मैनू चंगा कर, मैनू पैसे दे, मेरी अच्छी सेहत हो जाए, वधिया घर दे दे, मेरे ते तरस कर, मैनू बाहर ले जा, मैनू वीजा दे, मैनू बच्चे दे, तरस कर, मैनू गड्डी दे, तरस कर। सारे तरस लाते, पर तरस पाना किदा है जी? तरस किदा पाना है? वो तो गुस्से में सी, तरस ते उन्होंने आ ही नहीं रहा सी, वो तो कहता वेच दियो सारा कुछ, तो वेचना भी पैना ही सी क्योंकि वो कर्जदार हैगा है। मान लो जिन्हें किसी ने साढ़े को पैसे लेने आ, वो आ जान किश्तां लैण वाले, वो कहने इन्हां दी फ्रिज चक लो, इन्हां दे कूलर चक लो, इन्हां दा एसी चक लो, इन्हां दे सोफा चक लो, तो वो लै भी जाते हैं क्योंकि वो जिहड़ी चीज़ है लोन ते है, वो ले जाते हैं, पर उन्हें रोक भी नहीं सकते और ये रोक भी नहीं सकता। पर इको ही तरीका इनू पता कि मैं की मंगनी, नरम जवाब, नरम जवाब। जिन्होंने तो इदा जीवन गुजारना जरूर बोलिए, नरम जवाब, नरम जवाब, नरम जवाब। और पढ़िए फिर अगे। ਅਤੇ कर्ज भी ਉਹਨੂੰ बख्श ਦਿੱਤਾ ਤਾਂ ਉਸ ਨੌਕਰ ਬਾਹਰ ਨਿਕਲਿਆ ਤੇ कर्ज भी सारा की कर दिता। ये नहीं कहा चल तू फे दे ना, ਉਹਨੇ कहा 10,000 देना, चल तेनू 10,000 की कीता, लेना ही नहीं मैं तेरे को। कादे नाल? कादे नाल? ते आकड़ना मिलदा कुछ आकड़ना, हुणे हुणे पता लग जाना की होया। अगे पढ़ो। जाओ नौकर बाहर निकलिया ਤਾਂ ਹੁਣ ਇਥੋਂ ਮਾਫ ਕਰਵਾ ਕੇ ਕੀ ਚਲਾ ਗਿਆ? ਬਾਹਰ ਚਲਾ ਗਿਆ। ਹਾਂ, ਤਾਂ ਉਸ ਦੇ ਨਾਲ ਦੇ ਨੌਕਰਾਂ ਵਿੱਚੋਂ ਇੱਕ ਹੋਰ ਨੂੰ ਲੱਭ ਪਿਆ ਜਿਸ ਤੋਂ ਉਸਨੇ 50 ਰੁਪਏ ਲੈਣੇ ਸਨ। ਅਤੇ ਆਪ ਕਿੰਨੇ ਲੈਣੇ ਆ? 50। ਤੇ ਆਪ ਕਿੰਨੇ ਦੇਣੇ ਸੀ? 10,000। ਆਪ 10,000 ਦੇਣੇ ਸੀ ਤੇ 10,000 ਕੀ ਕਰਾ ਲਿਆ? ਮਾਫ ਕਰਾ ਲਿਆ। ਤੇ ਆਪ ਕਿਸੇ ਕੋਲੋਂ ਕਿੰਨੇ ਲੈਣੇ ਆ? 50 ਰੁਪਏ। ਹਾਂ, ਅਤੇ ਉਸ ਉੱਤੇ ਹੱਥ ਪਾ ਕੇ ਸੰਗੀਓ ਫੜ ਲਿਆ ਅਤੇ ਆਖਿਆ ਜੋ ਮੇਰਾ ਨਿਕਲਦਾ ਹੈ ਸੋ ਦੇ। ਕਿੱਥੋਂ ਫੜ ਲਿਆ? ਸੰਗੀਓ ਫੜ ਲਿਆ। ਉਹ ਮੇਰੇ ਜਿਹੜੇ ਪੈਸੇ ਕਹਿੰਦਾ ਦੇਣੇ ਆ ਨਾ, ਹੁਣੇ ਹੀ ਦੇ, ਮੇਰੇ ਪੈਸੇ ਦੇ। ਤੇ ਉਹਨੂੰ ਸੰਗੀਓ ਫੜਦੇ ਆ। ਹਾਂ, ਤਦ ਉਹਦੇ ਨਾਲ ਦਾ ਨੌਕਰ ਉਹਦੇ ਪੈਰੀ ਪਿਆ ਅਤੇ ਮਿੰਤ ਕਰਕੇ ਆਖਿਆ। ਹੁਣ ਉਹਦਾ ਵੀ ਨੌਕਰ ਜਿਹੜਾ ਕੀ ਕਰਦਾ ਪਿਆ ਹੈ? ਪੈਰੀ ਪਿਆ, ਮਿੰਤ ਕਰਦਾ ਹੈ, ਤੇ ਵੀ ਅੰਦਰੋਂ ਪੈਰੀ ਪੈ ਕੇ ਮਿੰਤ ਕਰਾ ਕੇ ਤੇ ਪੈਸੇ ਸਮਾਂ ਮਾਫ ਕਰਵਾ ਕੇ ਆਇਆ ਹੈ। ਔਰ ਇਹਦੇ ਅੱਗੇ ਵੀ ਉਹੀ ਹਾਲਾਤ ਆ ਗਈ। ਹਾਂ, ਮਿੰਤ ਕਰਕੇ ਆਖਿਆ ਮੇਰੇ ਉੱਤੇ ਧੀਰਜ ਕਰ ਤਾਂ ਮੈਂ ਤੇਰਾ ਕਰਜ਼ ਭਰ ਦਿਆਂਗਾ। ਹਾਂ, ਉਹ ਕਹਿੰਦਾ ਮੇਰੇ ਤੇ ਦਇਆ ਕਰ, ਮੈਂ ਤੇਰਾ ਕਰਜ਼ ਦੇ ਦਊਂਗਾ, ਇਸ ਟਾਈਮ ਮੇਰੇ ਕੋਲ ਹੈ ਨਹੀਂ। ਹਾਂ, ਪਰ ਉਸਨੇ ਨਾ ਮੰਨਿਆ, ਸਗੋਂ ਜਾ ਕੇ ਉਸ ਨੂੰ ਕੈਦ ਵਿੱਚ ਪਾ ਦਿੱਤਾ। ਆਪ ਮੰਨਿਆ ਨਹੀਂ ਤੇ ਜਾ ਕੇ ਕੀ ਕਰ ਦਿੱਤਾ ਉਹਨੂੰ? कैद विच पा। आज बहुत सारे विश्वासी इदा दा ही, अगर तू परमेश्वर को आशीष पाई है तो तेनू भी ओदा दा आचरण अगे जाके करना चाहिए। तेन अगर तू माफ कीता है, तेनू माफ कीता गया, तेनू क्षमा कीता गया, ते तेनू भी किसी दूसरे नू क्षमा करना चाहिए। जे तेरे ते खुदा ने दया कीती है ते तेनू भी किसी दूसरे ते दया करनी चाहिए। ये विश्वासी जीवन है। कोमल उत्तर गुस्से नू ठंडा कर। आगे पढ़िए। ਉਸ ਨੂੰ ਕੈਦ ਵਿੱਚ ਪਾ ਦਿੱਤਾ ਜਿੰਨਾ ਚਿਰ ਕਰਜ਼ ਨਾ ਭਰ ਦੇਵੇ। ਪਰ ਜਾ ਉਸ ਦੇ ਨਾਲ ਦੇ ਨੌਕਰਾਂ ਨੇ ਇਹ ਹਾਲ ਡਿੱਠਾ ਤਾਂ ਵੱਡੇ ਉਦਾਸ ਹੋਏ ਅਤੇ ਜਾ ਕੇ ਆਪਣੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ। ਤੇ ਉਹਨਾਂ ਨੂੰ ਦੂਸਰਿਆਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਜਾ ਕੇ ਉਹਦੇ ਮਾਲਕ ਨੂੰ ਵੀ ਕਰਤਾ ਕਹਿੰਦੇ ਉਹ ਆਪ ਤਾਂ ਬਾਹਰ ਇਦਾਂ ਕਰਦਾ ਪਿਆ। ਤਦ ਉਸ ਦੇ ਮਾਲਕ ਨੇ ਉਸ ਨੂੰ ਆਪਣੇ ਕੋਲ ਸੱਦ ਕੇ ਆਖਿਆ, ਓਏ ਦੁਸ਼ਟ ਨੌਕਰ, ਮੈਂ ਤੈਨੂੰ ਉਹ ਸਾਰਾ ਕਰਜ਼ ਛੱਡ ਦਿੱਤਾ ਇਸ ਲਈ ਜੋ ਤੈਂ ਮੇਰੀ ਮਿੰਨਤ ਕੀਤੀ। ਫਿਰ ਜਿਹੀ ਮੈਂ ਤੇਰੇ ਉੱਤੇ ਦਇਆ ਕੀਤੀ ਕਿ ਤੈਨੂੰ ਆਪਣੇ ਨਾਲ ਦੇ ਨੌਕਰ ਉੱਤੇ ਤੇਹੀ ਦਇਆ ਕਰਨੀ ਨਹੀਂ ਸੀ ਚਾਹੀਦੀ। ਬੋਲੋ ਹਾਲੇਲੂਇਆ। ਉਹ ਕਹਿੰਦਾ ਇਹ ਦੁਸ਼ਟ ਨੌਕਰ, ਤੇਰੇ ਤੇ ਮੈਂ ਦਇਆ ਕੀਤੀ। ਤੁਹਾਡਾ ਪਰਮੇਸ਼ਵਰ ਤੁਹਾਨੂੰ ਕਹਿ ਰਿਹਾ ਤੇਰੇ ਤੇ ਮੈਂ ਦਇਆ ਕੀਤੀ ਕਿ ਤੈਨੂੰ ਉਹ ਦਇਆ ਦੂਸਰਿਆਂ ਤੇ ਕਰਨੀ। ਤੁਸੀਂ ਬਿਮਾਰ ਹੁੰਦੇ ਸੀ, ਤੁਸੀਂ ਗਰੀਬੀ ਹੇਠ ਹੁੰਦੇ ਸੀ, ਤੁਸੀਂ ਮੁਸ਼ਕਲਾਂ ਹੇਠ ਹੁੰਦੇ ਸੀ, ਮੈਂ ਤੁਹਾਡੇ ਤੇ ਦਇਆ ਕਰਕੇ ਤੁਹਾਨੂੰ ਇਸ ਮੁਸ਼ਕਲਾਂ ਵਿੱਚੋਂ ਕੱਢਿਆ। ਅੱਜ ਮੇਰੀ ਬੇਟੀ, ਮੇਰੇ ਬੇਟੇ, ਤੈਨੂੰ ਵੀ ਦੂਸਰਿਆਂ ਤੇ ਦਇਆ ਕਰਨੀ ਚਾਹੀਦੀ।
ਅੱਜ ਆਪ ਤੈਨੂੰ ਬਹੁਤ ਵੱਡਾ ਨਜ਼ਰ ਆਉਂਦਾ। ਕਦੀ ਆਪਣੀ ਜ਼ਿੰਦਗੀ ਵੱਲ ਝਾਤ ਮਾਰ ਕੇ ਦੇਖੀ, ਤੇਰੇ ਕਿੰਨੇ ਪਾਪ, ਕਿੰਨੇ ਗੁਨਾਹ ਹੁੰਦੇ ਸੀ। ਉਹਨਾਂ ਸਭਨਾਂ ਨੂੰ ਮੈਂ ਨਜ਼ਰ ਅੰਦਾਜ਼ ਕਰਕੇ ਆਪਣੇ ਪਰਿਵਾਰ ਵਿੱਚ ਸ਼ਾਮਲ ਕਰਾਇਆ। ਬੋਲੋ ਹਾਲੇਲੂਇਆ। ਅੱਜ ਤੂੰ ਮਾਫ ਨਹੀਂ ਕਰ ਸਕਦਾ, ਮੈਂ ਤੈਨੂੰ ਮਾਫ ਕੀਤਾ। ਤੂੰ ਮਾਫ ਨਹੀਂ ਕਰ ਸਕਦਾ, ਮੈਂ ਤੈਨੂੰ ਗਲਤ ਹੁੰਦੇ ਹੋਏ ਵੀ ਗੱਲ ਨਾ ਲਾਇਆ ਕਿ ਤੂੰ ਕਿਸੇ ਦੂਸਰੇ ਨੂੰ ਗੱਲ ਨਹੀਂ ਲਾ ਸਕਦਾ। प्रियो, परमेश्वर ना चलने वाले लोग दीन और कोमल उत्तर रखते हुए, कोमल जवाब देते हुए अपना जीवन गुजारते। प्रभु यीशु मसीह ने फड़ लिया उन्होंने। और राजे ने पूछा, कहना तू कुछ नहीं बोलूंगा, तू कुछ नहीं बोलूंगा। वो कहना जे मेरा राज भी धरती का हुंदा ते मेरियां फौजां भी मेरे नाल आ जांदियां। मेरा राज इस धरती का नहीं है। जिन्हें पानी का बपतिस्मा लिया वो मर चुका है। हुण वो नहीं, वो ओदे विच मसीह जींदा है, ओदे विच मसीह जींदा है। सो प्रियो, याद रखिए, जेही दया साडे ते होई आ, तेही दया असीं भी दूसरियां ते करनी। कोई गुस्से ना बोले तो बोले, पर अगियों मसीही बंदे का उत्तर कितना लाना चाहिए। फिर पढ़िए ओही लाइन आखिर विच पढ़ के समाप्त करांगे। नरम जवाब गुस्से ਨੂੰ ਠੰਡਾ ਕਰ ਦਿੰਦਾ ਹੈ। हां, आगे कठोर बोल गुस्से ਨੂੰ ਭੜਕਾਉਂਦਾ ਹੈ। कठोर बोल गुस्से ਨੂੰ ਭੜਕਾਉਂਦਾ ਹੈ। ਹੁਣ ਕਿੱਦਾਂ ਗੁੱਸਾ ਭੜਕਦਾ ਹੈ? ਹੈਲੋ, गुस्सा कितना भड़कदा है? ते गुस्सा भड़काना चाहिए कि ठंडा करना चाहिए? ते कितना ठंडा हो है जी? हस्बैंड वाइफ का कभी झगड़ा नहीं हो सकता जे एक जना ठंडा हो ते एक जना गर्म हो। आप उत्ते जोड़ा पढ़िया ना, एक की नाम सी पति दा ते पत्नी दा नबाल किदां दा है? नबाल किदां दा है ते पत्नी किदां दी ते केड़े जवाब दिंदी है जी? नरम जवाब वाली पत्नी ते गुस्से खोर पति दे नाल जीवन की करदी पई किदां कटदी है? ठंडे स्वभाव, नरम स्वभाव। ते ओने दाऊद ने भी कहा, तेरा परमेश्वर धन है जिन्हें मैनू मिलाया है और तू मैनू खून बहाउण तो रोके।